कहत कबीर सुनो रे लोई, अब तुमरी प्रतीत न होए। करवट पलाना करवट तेरी, करवट पलाना करवट तेरी, लाग गले सुन बेनती मेरी, लाग गले सुन बेनती करवट पलाना करवट तेरी, करवट पलाना करवट तेरी, लागे गले सुन बेनती मेरी, लागे गले सुन बेनती मेरी, लागे गले सुन बेनती मेरे, सुन बेनती मेरे, सुन बेनती पैज रखता आया राम राजे हर नाकस दुष्ट हर मारिया, प्रहलाद तराया हंकारियां निंद का बिठ दे, नामदेव मुख लाया जन नानक ऐसा हर सेविया, अंत लाए चढ़ाया जन नानक ऐसा सेविया। सलोक महला पहला दुखदार स्वरूप भया जा काम ना हो, तो करता करना बनी जाम करे ना होई, बलिहारी को से तिरंतना जाए लखिया राव, जात में जो जोत में जाता कल कलावरपुर रहा, तो सच्चा सा ये विश्व सवाल जिनकी तिसो पार पया, काओ नानक करते क्या बाता, जो किच करना सो कर रहा। सुधरागा सा महला पहला, एक ओंकार सतगुर प्रसाद, सुधर तेरा के आसो घर के जित बै सर्ब समाल, वज तेरे नाद अनेक असंखा, कित तेरे वावण हार, कित तेरे राग परिसों कई है, कित तेरे गावण हार, गाँव तुनु पवन पाणी बैसंतर, गावे राज धर्म द्वार, गाँव तुनु चेत गुमत लिख जानन, लिख लिख धर्म विचार, गाँव तुनु ईश्वर ब्रह्मा देवी, सोन तेरे सदा सवार, गाँव तुनु इंद्र इंदासन बैठे, देवतियां दर नाल, गाँव तुनु सेध समाधि अंदर, गाँव तुनु साध विचार, गाँव तुनु जते सते संतोखी, गाँव तुनु वीर करार, गाँव तुनु पंडित बड़न रखी सर, जुग जुग वेदा नाल, गाँव तुनु मोहनिया मन मोहा, सोरग माच पयाल, गाँव तुनु रतन पाए तेरे
ਸੱਠ ਸੱਠ ਤੀਰਥ ਨਾਲ ਗਾਉ ਦੁਨੋ ਜੋਧ ਮਹਾਬਲ ਸੂਰਾ ਗਾਵ ਦੁਨ ਖਾਣੇ ਚਾਰ ਗਾਵ ਦੁਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰ ਸੇ ਦੋਨੋਂ ਗਾਵਨ ਜੋ ਤੁਧ ਪਾਵਨ ਰਤ ਦੇ ਭਗਤ ਰਸਾਲ ਔਰ ਕਤੇ ਤੁਧਨੋ ਗਾਵ ਸੇ ਮੈਂ ਤੁਧਨਾ ਆਵਨ ਨਾਨਕ ਕਿਆ ਵਿਚਾਰ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਾਚੇ ਨਾਏ ਪਿਓ ਸੇ ਜਾਏ ਨ ਜਾਸੇ ਰਚਨਾ ਜਿਨ ਰਚਾਏ ਰੰਗੇ ਰੰਗੇ ਬਾਤੇ ਕਰ ਕਰ ਜਨ ਸੇ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਇ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿਧੀ ਕਿਨੈ ਨਾ ਪਾਈਆਂ ਕਰਮ ਮਿਲੈ ਨਾਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਓਤ ਭੁਖੈ ਖਾਏ ਚਲੀਏ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ
ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸੋਹੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਧਨ ਧਨ ਸਤ ਸੰਗਤ ਜੇਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੋ ਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਵਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤੈਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤੋਹ ਜੀ, ਸਭ ਦੁਖ ਵਿਸਾਰਣਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ। ਹਰ ਇੱਕ ਪੁਰਖ ਸਮਾਣਾ, ਇਕ ਦਾਤੇ ਇਕ ਪੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ। ਜਾਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ। ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ। ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਂਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ।
ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰਹਿ ਹਰ ਪੂਜਾ ਜੀ। ਤਪ ਤਪ ਹੀ ਜਪਹਿ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ। ਕਾਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਧ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਹੀਂ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਾਨ ਨਾਨਕ ਗੁਣ ਗਾਵੇ ਕਰਤੇ ਕੀ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤੇਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ। ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨ ਕਮਾਇਆ। ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨ ਕਮਾਇਆ,
ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖਹੁ ਸਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਓ ਪਈ। ਹਮਰੀ ਕਰੋ ਹਾਥ ਦੈ ਰਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰ। ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰਾ। ਮੋ ਰਛਾ ਨਿਜ ਕਰਦੈ ਕਰਿਐ, ਸਭ ਬੈਰਣ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਅਹੇ, ਚੁਨ ਚੁਨ ਸਤਰ ਹਮਾਰੇ ਮਾਰੀਅਹੇ। ਆਪ ਹਾਥ ਦੈ ਮਜੈ ਉਬਰੇਐ, ਮਰਨ ਕਾਲ ਕਾ ਤਰਾਸ ਨਿਵਰੇਐ। ਹੋ ਜੋ ਸਦਾ ਹਮਾਰੇ ਪਛਾ, ਸਰੀਅਸ ਤੁਜ ਜੋ ਕਰਿਓ ਰਛਾ। ਰਾਖ ਲਿਓ ਮਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀ ਆਓ, ਵੇਦ ਰਾਜ ਬ੍ਰਹਮਾ ਜੋ ਥੀ ਆਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦੀਆਓ, ਸ਼ਤਰਨ ਕੋ ਪਲ ਮੋਹ ਬਦ ਕੀਆਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਯੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਜੇਤੇ ਬੰਧਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਬੇਦਾ। ਤਾਂ ਕਉ ਕਰਪਾ ਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕਉ ਕਹਿਤ ਸਦਾ ਸ਼ੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹਿ ਭੂਪਾ। ਅੰਡਜ ਜੇ ਰਜ ਸੇ ਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਮ ਭਾਵ, ਆਦ ਜੁਗਾਦ ਸਰੂਪ ਸਯੰ ਭਾਵ। ਅਬ ਰਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਜ ਤਬ ਸ਼ਰਣੀ ਪਰੇ, ਤਿਨ ਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤਿਆ ਹੈ, ਤਾਂ ਕੇ ਕਾਲ ਨਿਕਟ ਨਹਿ ਹੈ। ਰਛਾ ਹੋਏ ਤਾਹੀ ਸਭ ਕਾਲਾ,
ਦੁਸ਼ਟ ਅਰਿਸ਼ਟ ਟਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰਹੁ, ਤਾਂ ਕੇ ਤਾਪ ਤਨਕ ਮੋਹ ਹਰਹੁ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸਤੇ ਤਾਹੀ ਉਬਾਰਾ। ਜਿਨ ਨਰ ਨਾਮ ਤੇ ਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੇ, ਆਪ ਹਾਥ ਦੈ ਲਿਹੋ ਉਬਾਰੇ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਵਈਆ ਪਾਏ ਗਹੀਂ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ। ਸਭ ਤੋਹੇ ਬਖਾਨਿਓ ਦੋਹਰਾ, ਸਗਲ ਦੁਆਰ ਕਉ ਛਾੜ ਕੈ। ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾੜ ਕੈ। ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੁ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪਿ ਉਤਰੇ।
ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਆ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ। ਇਹ ਵਸਤ ਤਜੀ ਨਹਿ ਜਾਈ ਨੇਤ ਨੇਤ ਰਾਖਿਉ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ। ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ। ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰ
ਮੰਦਰ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਜੀ। ਅੱਗੇ ਤੋਂ ਆਪਣੇ ਡਰ ਭੈ ਦੇ ਅੰਦਰ ਅੰਦਰ ਕੇ ਗੁਰਬਾਣੀ ਦੇ ਜਾਪ ਆਪ ਜੀਆਂ ਨੇ ਕਰਵਾ ਲੈਣੇ। ਸਤਿਗੁਰੂ ਦੀ ਕਿਰਪਾ ਕਰਨੀ ਪੜੀ ਹੋਈ ਬਾਣੀ ਦਾ ਭਾਵ ਸਾਨੂੰ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਦਰੋਂ ਘਰੋਂ ਗੁਰਸਿੱਖੀ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸ਼ੋਭ ਮਨੋ ਕਾਮਨਾਵਾਂ ਗੁਰਮਤਿ ਦੇ ਅਨੁਸਾਰ ਪੂਰੀਆਂ ਕਰਨੀਆਂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ। ਆਪ ਜੀਆਂ ਕੇ ਦਰ ਘਰ ਦੇ ਸੇਵਕ ਸਰਦਾਰ ਹਰਨਾਮ ਸਿੰਘ ਜੀ ਤਨਾਂ ਵੱਲੋਂ ਅਰਦਾਸ ਭੇਟ ਮਾਇਆ ਪੰਥੀ ਕਿਰਪਾ ਕਰਨੀ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਦੇਹ ਅਰੋਗਤਾ ਦੀਆਂ ਦਾਤਾਂ ਬਖਸ਼ਣੀਆਂ। ਬਾਦਸ਼ਾਹ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਇਸੇ ਤਰ੍ਹਾਂ ਪਰਿਵਾਰਾਂ ਨੂੰ ਆਪਣੇ ਦਰ ਘਰ ਦੀ ਹਾਜ਼ਰੀ ਭਰਨ ਦੀਆਂ ਦਾਤਾਂ, ਆਪਣੇ ਦਰਬਾਰ ਦੀ ਹੱਥੀਂ ਸੇਵਾ ਕਰਨ ਦੀਆਂ ਦਾਤਾਂ, ਬਾਣੀ ਅਤੇ ਬਾਣੀ ਨਾਲ ਪ੍ਰੇਮ ਬਖਸ਼ ਕਰਕੇ ਨਦ ਰਹੋ। ਨਦਰੀ ਨੇ ਹਾਲ ਕਰਨਾ। ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰ ਵਿਦਿਆ ਦੀਆਂ ਦਾਤਾਂ, ਦੇਸ਼ ਵਿਦੇਸ਼ ਵਿੱਚ ਅੰਗ ਸੰਗ ਸਹਾਇਤਾ ਕਰਨੀ। ਬਾਦਸ਼ਾਹ ਜੀਓ ਆਪ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਨਗਰ ਖੇੜੇ ਦਾ ਭਲਾ ਕਰਨਾ। ਕਰੋ ਰਹਿਮਤ ਪਾਵਨ ਹੁਕਮਨਾਮੇ ਦੀ ਦਾਤ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਜਵੰਦ ਹੋਵਣ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਤੁਮਰਾ ਆਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋਧ ਹੈ ਰਾਜ ਕਰੇਗਾ ਖਾਲਸਾ। ਵਾਰ ਹੋਏ ਸਭ ਮਿਲਾਏਂਗੇ ਰਾਜ ਕਰੇਗਾ ਖਾਲਸਾ। ਵਾਰ ਹੋਏ ਸਭ ਮਿਲਾਏਂਗੇ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਦਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।
ਭਾਂਡਾ ਆਤਮ ਲੀਣ, ਧੋਤਾ ਹੱਛਾ ਨਾ ਹੋਏ ਸੇ। ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੇ। ਭਾਂਡਾ ਆਤਮ ਲੀਣਾ, ਧੋਤਾ ਹੱਛਾ ਨਾ ਹੋਏ ਸੇ। ਗੁਰੂ ਦੁਆਰੇ ਹੋਏ, ਸੋਝੀ ਪਾਏ ਸੇ। ਏਤ ਦੁਆਰੇ ਧੋਏ, ਹੱਛਾ ਹੋਏ ਸੇ। ਮੈਲੇ ਹੱਛੇ ਕਾ ਵਿਚਾਰ, ਆਪ ਵਰਤਾਏ ਸੇ। ਮਤ ਕੋ ਜਾਣੈ ਜਾਏ, ਅੱਗੇ ਪਾਏ ਸੇ। ਜਿਹੇ ਕਰਮ ਕਮਾਏ, ਤੇਹਾ ਹੋਏ ਸੇ। ਅੰਮ੍ਰਿਤ ਹਰਿ ਕਾ ਨਾਮ, ਆਪ ਵਰਤਾਏ ਸੇ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ, ਤਿਹੁ ਲੋਕ ਸੁਣਾਏ ਸੇ। ਨਾਨਕ ਆਪ ਨਿਹਾਲ, ਸਭ ਕੁਲ ਤਾਰਸੀ। ਮਾਨਸ ਕਿਆ ਵਿਚਾਰਾ, ਤਿਹੁ ਲੋਕ ਸੁਣਾਏ ਸੇ। ਨਾਨਕ ਆਪ ਨਿਹਾਲ, ਸਭ ਕੁਲ ਤਾਰਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ਬ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਉ ਤਰਾ ਪਰ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਤੀਸਾ। ਗੁਰ ਨਾਨਕ ਪਰਸੋਤਮੰ ਪਰਮ ਪੁਰਾਵਰਨਾਥ। ਜੋਗਲ ਚਰਨ ਮਮ ਬੰਦਨਾ। ਦਰ ਪਰ ਦਰ ਕਰ ਮਾਥ। ਜੋਗਲ ਚਰਨ ਮਮ ਬੰਦਨਾ। ਦਰ ਪਰ ਦਰ ਕਰ ਮਾਥ। ਪਰਮ ਸਨਮਾਨਯੋਗ ਜ਼ਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧਾਰ ਪਿਤਾ ਜੀ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਸੰਧਿਆ ਦੇ ਸਮੇਂ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਪ੍ਰਸੰਗ ਦੇ ਵਿੱਚੋਂ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰ ਰਹੇ ਸੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਹਜ਼ੂਰ ਜੀ ਦਾ ਜਸ, ਹਜ਼ੂਰ ਜੀ ਦੀ ਸ਼ੋਭਾ ਵਡਿਆਈ ਬਹੁਤ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਹੋਣ ਲੱਗ ਪਈ ਹੈ। ਕਹਿੰਦੇ ਨੇ ਲਾਹੌਰ ਦੇ ਵਿੱਚੋਂ ਵੀ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਸੰਗਤਾਂ ਆਉਂਦੀਆਂ ਨੇ।
ਦਰਸ਼ਨ ਦੀਦਾਰੇ ਕਰਕੇ ਕੁਝ ਸਮਾਂ ਪਾ ਕਰਕੇ ਇਸ ਪਾਵਨ ਅਸਥਾਨ ਤੇ ਰਹਿੰਦੀਆਂ ਨੇ। ਫਿਰ ਬਾਅਦ ਵਿੱਚ ਪਾਤਸ਼ਾਹ ਜੀਆਂ ਕੋ ਆਗਿਆ ਮੰਗ ਕਰਕੇ ਫਿਰ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੀਆਂ ਨੇ। ਹੁਣ ਇਸ ਇਲਾਕੇ ਦੇ ਵਿੱਚ ਇੱਕ ਗੰਗੂ ਸ਼ਾਹ, ਜਿਹਨੂੰ ਇਤਿਹਾਸ ਦੇ ਵਿੱਚ ਨਾਂ ਦਿੱਤਾ ਗਿਆ ਹੈ, ਕਹਿੰਦੇ ਲਾਹੌਰ ਦੇ ਵਿੱਚ ਰਹਿੰਦਾ ਹੈ। ਇਹਨੇ ਸੁਣਨਾ ਕੀਤਾ ਕਿ ਪਾਤਸ਼ਾਹ ਜੀ ਦੀ ਵਡਿਆਈ ਬਹੁਤ ਹੈ, ਮਹਿਮਾ ਬਹੁਤ ਹੈ, ਕਿਉਂਕਿ ਇਹ ਧਨਾੜ ਸੀ, ਸ਼ਾਹੂਕਾਰ ਸੀ, ਇਹ ਵਪਾਰੀ ਸੀ ਚੰਗਾ, ਪਰ ਕਿਸੇ ਕਾਰਨ ਵਪਾਰ ਦੇ ਵਿੱਚ ਇਹਨੂੰ ਘਾਟਾ ਪੈ ਗਿਆ। ਹਰ ਪਾਸੇ ਤੋਂ ਇਹਨੂੰ ਹਾਨੀ ਹੋਣ ਲੱਗ ਪਈ, ਲਾਭ ਕੋਈ ਹੋਇਆ ਨਹੀਂ। ਇਹਨੇ ਸੋਚਿਆ ਕਿ ਇੰਨੀਆਂ ਸੰਗਤਾਂ ਗੋਇੰਦਵਾਲ ਦੀ ਧਰਤੀ ਤੇ ਜਾਂਦੀਆਂ ਨੇ, ਮੈਂ ਵੀ ਜਾ ਕੇ ਵੇਖਾਂ, ਹੋ ਸਕਦਾ ਹੈ ਕਿ ਇਹ ਪੈ ਰਿਹਾ ਘਾਟਾ ਮੈਨੂੰ, ਜੋ ਸਤਿਗੁਰੂ ਜੀ ਦੇ ਅੱਗੇ ਜਾ ਕੇ ਮੈਂ ਅਰਦਾਸ ਬੇਨਤੀ ਕਰਾਂਗਾ, ਕੋਈ ਨਾ ਕੋਈ ਰਸਤਾ ਦੇਣਗੇ, ਕੋਈ ਨਾ ਕੋਈ ਰਸਤਾ ਜ਼ਰੂਰ ਦੱਸਣਗੇ। ਇਹ ਪਾਤਸ਼ਾਹ ਜੀਆਂ ਦੇ ਪਾਸ ਗੋਇੰਦਵਾਲ ਦੀ ਧਰਤੀ ਤੇ ਆਉਣਾ ਕੀਤਾ। ਇਸ ਨੇ ਲੰਗਰ ਛਕਦਾ ਏ, ਲੰਗਰ ਛਕ ਕੇ ਮਹਾਰਾਜ ਜੀਆਂ ਦੇ ਪਾਸ, ਹਜ਼ੂਰ ਜੀਆਂ ਦੇ ਦਰਬਾਰ ਦੇ ਵਿੱਚ ਚਲਿਆ ਜਾਂਦਾ ਏ। ਆਪਣੇ ਮਸਤਕ ਨੂੰ ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਰੱਖ ਕੇ ਪਾਤਸ਼ਾਹ ਜੀਆਂ ਦੇ ਪਾਸ ਬੈਠਣਾ ਕਰਦਾ ਏ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ, ਹੇ ਗੰਗੂ ਭਾਈ ਕਿਵੇਂ ਐ, ਤੇਰੇ ਹਾਲਾਤ ਕਿਵੇਂ ਨੇ? ਜਦੋਂ ਇਹਨੂੰ ਪੁੱਛਣਾ ਕੀਤਾ ਤੇ ਇਹਦੇ ਮਨ ਦੇ ਵਿੱਚੋਂ ਹੁਣ ਜੋ ਆਵਾਜ਼ ਨਿਕਲ ਰਹੀ ਹੈ, ਆਪਣੇ ਬਾਰੇ ਜੋ ਦੱਸ ਰਿਹਾ ਕਵੀ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ, ਬੈਠਿਓ ਨਿਕਟ ਕਹਿਓ ਗੁਰਦਿਆਲ, ਕਹੋ ਗੰਗੋ ਕਿਆ ਤੋਰ ਹਵਾਲ। ਹਾਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਣਾ ਕਰਦੇ ਨੇ, ਬੈਠਿਓ ਨਿਕਟ ਕਹਿਓ ਗੁਰਦਿਆਲ, ਨਿਕਟ ਹੋ ਕੇ ਬਹਿਣਾ ਕੀਤਾ, ਪਾਸ ਹੋ ਕੇ ਬੈਠਾ ਏ। ਮਹਾਰਾਜ ਜੀਆਂ ਨੇ ਪੁੱਛਣਾ ਕੀਤਾ, ਗੰਗੋ ਕਿਆ ਤੇਰੋ ਤੋਰ ਹਵਾਲ, ਭਾਵ ਕਿ ਤੇਰੇ ਹਾਲਾਤ ਕਿਵੇਂ ਹੈ, ਕਿਵੇਂ ਤੇਰਾ ਕਾਰੋਬਾਰ ਹੈ? ਸੁਨ ਕੈ ਨਿਜ ਸੰਕਟ ਸਭ ਕਹਿਓ, ਪ੍ਰਭ ਜੀ ਧਨ ਟੋਟਾ ਮੈਂ ਲਾਹਿਓ। ਸਾਰਾ ਕੁਝ ਦੱਸ ਦਿੱਤਾ। ਕਹਿੰਦਾ ਜੀ ਮੈਂ ਬੜਾ ਘਾਟੇ ਦੇ ਵਿੱਚ ਜਾ ਰਿਹਾ ਏ, ਹਰ ਪਾਸਿਓਂ ਮੈਨੂੰ ਘਾਟਾ ਪੈ ਰਿਹਾ ਏ। ਜੇ ਮੈਂ ਕੋਈ ਆਪਣੇ ਧਨ ਦੇ ਨਾਲ ਕਮਾਈ ਕਰਦਾ ਹਾਂ, ਕਿਸੇ ਨੂੰ ਪੈਸੇ ਦਿੰਦਾ ਹਾਂ, ਉਹਨਾਂ ਪੈਸਿਆਂ ਦੀ ਮੈਂ ਕਮਾਈ ਕਰਨਾ ਚਾਹੁੰਦਾ, ਮੇਰੇ ਪੈਸੇ ਮਰ ਜਾਂਦੇ ਨੇ, ਮੈਨੂੰ ਵਿਆਜ ਤੇ ਕੀ ਮਿਲਣਾ, ਹੋਰ ਤੇ ਕੀ ਹੋਣਾ ਨਾਲ, ਪਰ ਜੋ ਮੇਰੀ ਰਕਮ ਹੈ ਉਹ ਵੀ ਨਹੀਂ ਲੋਕ ਮੋੜਦੇ। ਇੰਨੀ ਮੈਨੂੰ ਹਾਨੀ ਹੋ ਗਈ ਹੈ ਕਿ ਹੁਣ ਲੱਗਦਾ ਕਿ ਜਿਵੇਂ ਕਿਉਂ ਕੋਈ ਵਪਾਰ ਮੈਂ ਹੁਣ ਕਰ ਨਹੀਂ ਸਕਦਾ, ਚਾਰੇ ਪਾਸਿਆਂ ਤੋਂ ਮੈਨੂੰ ਘਾਟਾ ਪੈ ਰਿਹਾ ਹੈ। ਭਾਈ ਗੁਰਦਾਸ ਜੀਆਂ ਨੇ ਵੀ ਆਪਣੀ ਕਬੀਤ ਸਵਈਆਂ ਦੇ ਵਿੱਚ ਉਹ ਕਹਿਣਾ ਕਰਦੇ ਨੇ, ਕਹਿੰਦੇ ਅਸਲ ਦੇ ਵਿੱਚ ਚੰਗਾ ਸਪੁੱਤਰ ਤੇ ਸ਼ਾਹੂਕਾਰ ਉਹਨੂੰ ਕਿਹਾ ਜਾਂਦਾ ਏ ਜੋ ਵਿਦੇਸ਼ ਦੇ ਵਿੱਚ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਵਿਦੇਸ਼ ਵਿੱਚ ਜਾਂਦਾ ਏ ਤੇ ਉੱਥੋਂ ਕੋਈ ਮੁਨਾਫਾ, ਕੋਈ ਪ੍ਰੋਫਿਟ ਲੈ ਕੇ ਆਵੇ, ਉਹਨੂੰ ਸਿਆਣਾ ਗਿਣਿਆ ਜਾਂਦਾ ਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਇਹ ਇਨਸਾਨ ਵੀ ਇਹ ਬੇਨਤੀਆਂ ਕਰਦਾ ਏ ਮਹਾਰਾਜ ਜੀਆਂ ਦੇ ਪਾਸ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਕਾਰੋਬਾਰ ਫਿਰ ਚੱਲ ਪਵੇ। ਗੁਰੂ ਕਹਿਓ ਅਬ ਦਿੱਲੀ ਜੈ ਹੈ, ਮਾਨ ਬਾਕ ਤਹਿ ਕੋਠੀ ਪੈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਗੰਗੋ ਹੁਣ ਤੂੰ ਲਾਹੌਰ ਵਾਪਸ ਨਹੀਂ ਜਾਣਾ, ਇਸ ਤੋਂ ਅਗਲਾ ਪੜਾਅ ਤੇਰਾ ਹੋਵੇਗਾ ਦਿੱਲੀ ਦੇ ਵੱਲ। ਤੂੰ ਦਿੱਲੀ ਜਾਣਾ ਏ, ਦਿੱਲੀ ਦੇ ਜਾ ਕੇ ਕਹਿੰਦੇ ਇੱਕ ਤੂੰ ਘਰ ਤਿਆਰ ਕਰਨਾ, ਇੱਥੇ ਕੋਠੀ ਲਿਖਿਆ ਏ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਇੱਥੇ ਲਿਖਣਾ ਕੀਤਾ, ਕਹਿੰਦੇ ਕਿ ਮਹਾਰਾਜ ਜੀਆਂ ਨੇ ਇਹਨੂੰ ਆਪਣੇ ਕੋਲੋਂ ਕੁਝ ਪੈਸੇ ਦਿੱਤੇ ਤੇ ਉੱਥੇ ਜਾ ਕੇ ਇਹਨੂੰ ਆਖਿਆ ਕਿ ਤੂੰ ਧਰਮਸ਼ਾਲ ਬਣਾਉਣੀ, ਧਰਮਸ਼ਾਲ
ਦਿਨ ਰਾਤ ਉੱਥੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਉਸਤਤ ਕਰਨੀ ਹੈ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਜੋੜਨਾ ਹੈ। ਜਿਵੇਂ ਮਾਈ ਦਾਸ ਮਾਣਕ ਚੰਦ ਨੂੰ ਕਹਿਣਾ ਕੀਤਾ ਸੀ, ਉਸੇ ਤਰ੍ਹਾਂ ਇਸ ਨੂੰ ਵੀ ਕਹਿਣਾ ਕੀਤਾ ਹੈ ਕਿ ਤੇਰੇ ਪਾਸ ਧਨ ਬਹੁਤ ਹੋ ਜਾਵੇਗਾ, ਕਿਸੇ ਵੀ ਪਾਸਿਓਂ ਤੈਨੂੰ ਕੋਈ ਹਾਨੀ ਨਹੀਂ ਹੋਵੇਗੀ। ਪਰ ਨਾਲ ਹੀ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ, ਗੰਗੋ ਇਹਨਾਂ ਯਾਦ ਰੱਖੀ, ਧਨ ਤੇਰੇ ਪਾਸ ਆਵੇਗਾ ਪਰ ਤੂੰ ਇਹ ਧਨ ਦੇ ਵਿੱਚੋਂ ਕੋਈ ਵੀ ਪੈਸਾ ਜਿਹੜਾ ਉਹ ਵਰਤਣਾ ਨਹੀਂ। ਹਾਂ, ਤੇਰੇ ਵਰਤਣ ਜੋਗਾ ਖਰਚਾ ਅਸੀਂ ਤੈਨੂੰ ਸਮੇਂ-ਸਮੇਂ ਤੇ ਘੱਲਦੇ ਰਵਾਂਗੇ। ਕਿਉਂ? ਸਤਿਗੁਰੂ ਜੀ ਜਾਣਦੇ ਸਨ ਕਿ ਜੋ ਵੀ ਇਹਦੇ ਪਾਸ ਆਵੇਗਾ, ਚੜਾਵੇ ਦਾ ਪੈਸਾ ਹੋਵੇਗਾ, ਭੇਟਾਂ ਦਾ ਪੈਸਾ ਹੋਵੇਗਾ, ਹੋ ਸਕਦਾ ਇੰਨੀ ਰਕਮ ਵੇਖ ਕੇ, ਚੜਾਵਾ ਵੇਖ ਕੇ ਇਹਦਾ ਮਨ ਜਿਹੜਾ ਇਹ ਡੋਲ ਜਾਵੇ। ਨਾਲ ਹੀ ਮਹਾਰਾਜ ਜੀਆਂ ਨੇ ਇਹ ਹਦਾਇਤ ਦੇ ਦਿੱਤੀ ਸੀ, ਆ ਕੁਝ ਪੈਸੇ ਲੈ ਉਸ ਜਗ੍ਹਾ ਤੇ ਜਾ ਕੇ, ਦਿੱਲੀ ਵਿੱਚ ਜਾ ਕੇ ਤੂੰ ਧਰਮਸ਼ਾਲ ਜਿਹੜੀ ਉਹ ਬਣਾਉਣੀ ਕਰ, ਦਿਨ ਰਾਤ ਉਥੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ। ਸੰਗਤਾਂ ਤੇਰੇ ਪਾਸ ਆਪ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਤ ਸੰਗਤ ਕੀ ਸੇਵਾ ਕਰੋ, ਹਵੈ ਹੈ ਦਰਬ ਨਾ ਚਿੰਤਾ ਧਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਸਤ ਸੰਗਤ ਦੀ ਸੇਵਾ ਕਰ, ਸੰਗਤ ਦੀ ਸੇਵਾ ਕਰ। ਜਿੱਥੇ ਤੂੰ ਸਤ ਸੰਗਤ ਦੇ ਵਿੱਚ ਜੁੜੇਗਾ, ਸੰਗਤ ਦੇ ਵਿੱਚ ਜੁੜੇਗਾ, ਉਥੇ ਤੈਨੂੰ ਭਾਵ ਕੇ ਫਲ ਵੀ ਪ੍ਰਾਪਤ ਹੋਵੇਗਾ, ਕੁਝ ਨਾ ਕੁਝ ਤੈਨੂੰ ਜ਼ਰੂਰ ਪ੍ਰਾਪਤ ਹੋਵੇਗਾ। ਤੇਰਾ ਇੱਧਰੋਂ ਖਰਚਾ ਅਸੀਂ ਤੈਨੂੰ ਪੈਸੇ ਜਿਹੜੇ ਉਹ ਭੇਜਦੇ ਰਵਾਂਗੇ। ਤੇਰੇ ਕੋਲੋਂ ਹਵੈ ਹੈ ਦਰਬ ਨਾ ਚਿੰਤਾ ਧਰੋ, ਹੁਣ ਵੀ ਤੈਨੂੰ ਪੈਸੇ ਦੇ ਕੇ ਤੋਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇਰੇ ਪਾਸ ਪੈਸੇ ਹੋਣਗੇ। ਇਹਦੀ ਤੂੰ ਚਿੰਤਾ ਨਾ ਕਰ ਕਿ ਮੇਰਾ ਕਾਰੋਬਾਰ ਡੁੱਬ ਗਿਆ, ਮੈਨੂੰ ਕਿਸੇ ਪਾਸਿਓਂ ਕੋਈ ਲਾਭ ਨਹੀਂ ਹੋ ਰਿਹਾ, ਹਰ ਪਾਸੇ ਮੇਰੇ ਪੈਸੇ ਡੁੱਬਦੇ ਜਾ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਸੱਚੇ ਮਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ, ਸੰਗਤ ਦੀ ਸੇਵਾ ਦੇ ਵਿੱਚ ਲੱਗ, ਤਾਂ ਤੈਨੂੰ ਭਾਈ ਫਲ ਪ੍ਰਾਪਤ ਹੋਵੇਗਾ। ਸ੍ਰੀ ਗੁਰ ਕੀ ਆਇਸ ਲੈ ਗਇਓ, ਪੁਰ ਮਹਿ ਕੋਠੀ ਪਾਵਤ ਭਇਓ। ਹੁਣ ਕਹਿੰਦੇ ਮਹਾਰਾਜ ਜੀਆਂ ਦੀ ਆਗਿਆ ਲੈ ਕੇ, ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਇਹ ਦਿੱਲੀ ਵੱਲ ਆਉਂਦਾ ਏ। ਦਿੱਲੀ ਵੱਲ ਆ ਕੇ ਕਹਿੰਦੇ ਇਹਨੇ ਧਰਮਸ਼ਾਲ ਸੀ ਉਹ ਬਣਾਉਣੀ ਆਰੰਭ ਕਰ ਦਿੱਤੀ। ਜਦੋਂ ਧਰਮਸ਼ਾਲ ਕਹਿੰਦੇ ਬਣ ਰਹੀ ਸੀ, ਮੁਗਲ ਅਚਾਨਕ ਇੱਕ ਤਹਿ ਆਇਓ, ਲੱਖ ਮੋਹਰ ਜਿਨ ਸੰਗ ਦੁਲਾਇਓ। ਕਹਿੰਦੇ ਅਚਾਨਕ ਹੀ ਉਥੇ ਇੱਕ ਮੁਸਲਮਾਨ ਘੋੜੇ ਤੇ ਚੜਿਆ ਆ ਰਿਹਾ ਹੈ। ਕਹਿੰਦੇ ਇਹਦੇ ਪਾਸ ਬਹੁਤ ਪੈਸਾ ਹੈ, ਮੋਹਰਾਂ ਬੜੀਆਂ ਹਨ। ਏਕ ਫਰਦ ਹੁੰਡੀ ਕੋ ਚਾਹੇ, ਬੂਝਤ ਫਿਰਤ ਕੋਠੀਅਨ ਮਾਹੇ। ਹੁੰਡੀ ਕਿਹਾ ਜਾਂਦਾ ਏ ਕਾਗਜ਼ ਨੂੰ, ਉਹ ਦਸਤਾਵੇਜ਼ ਜਿਸ ਨੂੰ ਵਿਖਾ ਕੇ ਰਕਮ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਤੇ ਲਿਖਿਆ ਹੁੰਦਾ ਹੈ ਕਿ ਇਹ ਜਿੰਨੀ ਰਕਮ ਚਾਹੁੰਦਾ ਏ ਉਨੀ ਰਕਮ ਇਹਨੂੰ ਦਿੱਤੀ ਜਾਵੇ। ਕਹਿੰਦੇ ਨੇ ਕਿ ਇਹਦੇ ਮਨ ਦੇ ਵਿੱਚ ਇਹ ਸੀ, ਮੈਨੂੰ ਕੋਈ ਉਹ ਦਸਤਾਵੇਜ਼ ਦੇ ਦੇਵੇ, ਲਿਖ ਕੇ ਦੇ ਦੇਵੇ, ਜਿੰਨੀ ਰਕਮ ਮੈਂ ਚਾਹੁੰਦਾ ਹਾਂ, ਇਹ ਪਾਸ ਜਿੰਨੀ ਮੇਰੇ ਪਾਸ ਹੈ, ਲਿਖਣ ਵਾਲੇ ਨੂੰ ਮੈਂ ਉਨੀ ਦੇਵਾਂਗਾ। ਤੇ ਜਿਸ ਪਾਸ ਮੈਂ ਜਾਣਾ, ਇਹ ਦਸਤਾਵੇਜ਼ ਨੂੰ ਲੈ ਕੇ, ਇਹ ਕਾਗਜ਼ ਨੂੰ ਲੈ ਕੇ, ਇਹਨਾਂ ਅੱਖਰਾਂ ਨੂੰ ਪੜ੍ਹ ਕੇ ਉਹਨੇ ਮੈਨੂੰ ਉਨੀ ਰਕਮ ਦੇ ਦੇਣੀ ਹੈ। ਕਾਗਜ਼ ਦੇ ਉੱਤੇ ਲਿਖਿਆ ਜਾਂਦਾ ਹੈ। ਜਿੱਦਾਂ ਆਪਣੇ ਹੁਣ ਦੇ ਸਮੇਂ ਦੇ ਵਿੱਚ ਕਹਿ ਲਈਏ, ਹਲਫੀਆ ਬਿਆਨ ਇੱਕ ਤਿਆਰ ਹੁੰਦਾ ਹੈ, ਇੱਕ ਉਸ ਜਗ੍ਹਾ ਦੀ ਉਹ ਕੀਤੀ ਜਾਂਦੀ ਹੈ, ਰਜਿਸਟਰੀ ਕੀਤੀ ਜਾਂਦੀ ਹੈ ਕਿ ਅੱਜ ਤੋਂ ਕਾਗਜ਼ ਦੇ ਉੱਤੇ ਲਿਖ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਇਸ ਮਕਾਨ ਦਾ, ਇਸ ਜ਼ਮੀਨ ਦਾ ਮਾਲਕ ਇਹ ਹੈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਏਕ ਫਰਦ ਹੁੰਡੀ ਕੋ ਚਾਹੇ, ਕਹਿੰਦੇ ਹੁਣ ਇੱਕ ਫਰਦ ਨੂੰ ਚਾਹੁੰਦਾ ਏ, ਇੱਕ ਕਾਗਜ਼ ਨੂੰ ਚਾਹੁੰਦਾ ਏ। ਬੂਝਤ ਫਿਰਤ ਕੋਠੀਅਨ ਮਾਹੇ, ਉਹ ਕਾਗਜ਼ ਕਿਸੇ ਦੇ ਪਾਸ ਨਹੀਂ ਹੈ। ਕੋਈ ਵਿਰਲੇ ਹੁੰਦੇ ਸੀ ਜਿਨ੍ਹਾਂ ਨੇ ਪਾਸ ਐਸਾ ਕਾਗਜ਼ ਹੁੰਦਾ ਸੀ। ਕਹਿੰਦੇ ਇਹ ਦੁਕਾਨਾਂ ਤੇ ਪੁੱਛਦਾ ਫਿਰਦਾ ਏ, ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਪੁੱਛਦਾ ਫਿਰਦਾ ਹੈ। ਸੁਨ ਹੁੰਡੀ ਇੱਕ ਕਰਹਿ ਨਾ ਕੋ, ਦਰਬ ਅਦਕ ਤੇ ਤਾਸਤਰ ਸੋ।
ਕਹਿੰਦੇ ਨੇ ਕਿ ਕੋਈ ਵੀ ਇਹਦੀ ਗੱਲ ਨੂੰ ਸੁਣਦਾ ਨਹੀਂ। ਜੇ ਦਸਤਾਵੇਜ਼ ਹੁੰਦਾ, ਕਾਗਜ਼ ਹੁੰਦਾ, ਫੇਰ ਹੀ ਕੋਈ ਇਹਨੂੰ ਉਹਦੇ ਉੱਤੇ ਲਿਖ ਕੇ ਦਿੰਦਾ। ਕਹਿੰਦੇ ਬਹੁਤਾ ਧਨ ਕੋਲ ਹੈ ਇਹਦੇ, ਇਹ ਆਪ ਚਿੰਤਾ ਦੇ ਵਿੱਚ ਹੈ, ਆਪ ਡਰਿਆ ਹੋਇਆ ਹੈ। ਤਾਬ ਗੰਗੋ ਕੀ ਕੋਠੀ ਆਇਓ, ਇੱਕ ਹੁੰਡੀ ਮੈਂ ਚਹਿਤ ਕਰਾਇਓ। ਕਹਿੰਦਾ ਉਸ ਵਕਤ ਇਹ ਆ ਕਿ ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਗੰਗੋ ਨੂੰ, ਭਾਈ ਗੰਗੋ ਨੂੰ ਦਿੱਲੀ ਵਿਖੇ ਭੇਜਿਆ ਹੋਇਆ ਸੀ, ਇਸ ਧਰਮਸਾਲ ਦੇ ਵਿੱਚ ਆਉਂਦਾ ਹੈ। ਇਤਿਹਾਸਕਾਰ ਇਹ ਵੀ ਲਿਖਦੇ ਨੇ, ਕਹਿੰਦੇ ਇੱਥੇ ਆਣ ਕੇ ਕੱਲਾ ਇਹ ਹੀ ਨਹੀਂ ਕਿ ਭਾਈ ਗੰਗੋ ਕੱਲੀ ਸੰਗਤ ਹੀ ਕਰਦਾ ਸੀ, ਧਰਮਸ਼ਾਲ ਦੇ ਵਿੱਚ ਹੀ ਰਹਿੰਦਾ ਸੀ। ਉਹ ਕਹਿੰਦੇ ਦੁਕਾਨਦਾਰੀ ਵੀ ਕਦੇ ਕਦੇ ਕਰ ਲਿਆ ਕਰਦਾ ਸੀ, ਕਿਸੇ ਦੁਕਾਨ ਤੇ ਬਹਿ ਜਾਂਦਾ ਸੀ। ਵਪਾਰੀ ਚੰਗਾ ਸੀ, ਉਹਨੂੰ ਇਹ ਮਨ ਦੇ ਵਿੱਚ ਸੀ ਕਿ ਮੈਂ ਵਪਾਰੀ ਹਾਂ, ਪੈਸੇ ਦਾ ਲੈਣ ਦੇਣ ਮੈਨੂੰ ਹਿਸਾਬ ਕਿਤਾਬ ਆਉਂਦਾ ਏ। ਕਹਿੰਦੇ ਕਦੇ ਕਦੇ ਦੁਕਾਨ ਤੇ ਵੀ ਕਿਸੇ ਤੇ ਬਹਿ ਜਾਣਾ ਕਿ ਮੈਂ ਆਪਣੇ ਕੋਲੋਂ ਵੀ ਪੈਸੇ ਜਿਹੜੇ ਉਹ ਥੋੜੇ ਬਹੁਤੇ ਕਮਾਵਾਂ, ਜੋ ਗੁਰੂ ਸਾਹਿਬ ਜੀ ਮੈਨੂੰ ਘੱਲਣਗੇ ਉਹਦੇ ਨਾਲ ਨਾਲ ਕੋਈ ਮੈਂ ਆਪਣਾ ਵੀ ਹੱਥ ਪੱਲਾ ਜਿਹੜਾ ਏ ਉਹ ਮਾਰਨਾ। ਕਹਿੰਦੇ ਇਹਨੇ ਸ਼ੁਰੂ ਕਰ ਦਿੱਤਾ। ਹੁਣ ਇਹ ਕਹਿੰਦੇ ਨੇ ਕਿ ਇਹ ਮੁਸਲਮਾਨ ਆ ਰਿਹਾ ਏ, ਉਸ ਜਗ੍ਹਾ ਤੇ ਆ ਗਿਆ ਕਿਤੇ ਜਿੱਥੇ ਕਿ ਭਾਈ ਗੰਗੋ ਜੀ ਧਰਮਸ਼ਾਲ ਦੇ ਵਿੱਚ ਬੈਠੇ ਹੋਏ ਸਨ। ਕਹਿਣ ਲੱਗਾ ਇੱਕ ਹੁੰਡੀ ਮੈਂ ਚਾਹਤ ਕਰਾਇਓ। ਇਹਨੇ ਕਿਹਾ, ਕਹਿੰਦਾ ਕਿ ਇੱਕ ਹੁੰਡੀ ਭਾਵ ਕਿ ਇੱਕ ਕਾਗਜ਼ ਜਿਹੜਾ ਮੈਂ ਬਣਾਉਣਾ ਚਾਹੁੰਦਾ ਏ, ਇੱਕ ਦਸਤਾਵੇਜ਼ ਮੈਂ ਬਣਾਉਣਾ ਚਾਹੁੰਦਾ ਹਾਂ। ਸਤਿਗੁਰ ਕੇ ਬਾਚ ਸਿਮਰਨ ਕਰੇ, ਇਸ ਤੇ ਧਨ ਮਨ ਬ੍ਰਿਤਤਾ ਧਰੇ। ਕਹਿੰਦੇ ਨੇ ਉਸ ਵਕਤ ਭਾਈ ਗੰਗੋ ਜੀ ਤੋਂ ਆ ਕੇ ਇਹਨੇ ਜਦੋਂ ਕਿਹਾ ਤੇ ਭਾਈ ਗੰਗੋ ਜੀ ਨੂੰ, ਇਸ ਸ਼ਾਹੂਕਾਰ ਨੂੰ ਸਤਿਗੁਰੂ ਜੀ ਦੇ ਬਚਨ ਚੇਤੇ ਆ ਗਏ ਕਿ ਤੇਰੇ ਪਾਸ ਧਨ ਬਹੁਤ ਹੋਵੇਗਾ, ਤੂੰ ਧਨਾੜ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੇਰਾ ਪਹਿਲਾਂ ਕਾਰੋਬਾਰ ਸੀ ਉਸੇ ਤਰ੍ਹਾਂ ਕਾਰੋਬਾਰ ਹੋ ਜਾਵੇਗਾ। ਕਿਉਂਕਿ ਆ ਰਹੇ ਜੋ ਮੁਸਲਮਾਨ ਸੀ, ਜੋ ਮੁਸਾਫਿਰ ਸੀ, ਉਹਨੇ ਕਿਹਾ ਸੀ ਕਿ ਇਸ ਕਾਗਜ਼ ਦੇ ਬਦਲੇ ਜਿੰਨੀਆਂ ਮੋਹਰਾਂ ਕਹੇਗਾ ਉਨੀਆਂ ਤੈਨੂੰ ਮੈਂ ਦੇਣ ਨੂੰ ਤਿਆਰ ਹਾਂ, ਪਰ ਇਹ ਦਸਤਾਵੇਜ਼, ਇਹ ਕਾਗਜ਼ ਮੈਨੂੰ ਲਿਖ ਕੇ ਦੇ। ਕਹਿੰਦੇ ਨੇ ਕਿ ਉਸ ਵਕਤ ਇਹਨੇ ਮਨ ਵਿੱਚ ਆਇਆ, ਸਤਿਗੁਰ ਕੇ ਬਚ ਸਿਮਰਨ ਕਰੇ। ਹਜ਼ੂਰ ਜੀ ਦੇ ਬਚਨਾਂ ਨੂੰ ਫੇਰ ਦੁਹਰਾਇਆ ਮਨ ਦੇ ਅੰਦਰ, ਇਸ ਤੇ ਧਨ ਮਨ ਬ੍ਰਿਧਤਾ ਧਰੇ। ਕਹਿੰਦੇ ਨੇ ਕਿ ਸਤਿਗੁਰੂ ਜੀ ਨੇ ਕਿਹਾ ਸੀ ਕਿ ਤੇਰੇ ਕਾਰਜਾਂ ਵਿੱਚ ਭਾਵ ਕਿ ਤੇਰੇ ਕਾਰੋਬਾਰ ਵਿੱਚ ਵਾਧਾ ਹੋਵੇਗਾ। ਮੈਂ ਕਰਿਓ ਹੁੰਡੀ ਕਹਿ ਦੇਓ, ਦਰਬ ਮੁਗਲ ਤੇ ਸਗਰੋ ਲਿਓ। ਭਾਈ ਗੰਗੋ ਜੀ ਨੇ ਕਹਿਣਾ ਕੀਤਾ, ਇਸ ਸ਼ਾਹੂਕਾਰ ਨੇ, ਕਹਿੰਦਾ ਜੀ ਮੈਂ ਕਾਗਜ਼ ਤਿਆਰ ਕਰ ਦੇਣਾ ਹੈ, ਮੈਂ ਹੁੰਡੀ ਜਿਹੜੀ ਹੈ ਉਹ ਤਿਆਰ ਕਰ ਦੇਣਾ, ਦਸਤਾਵੇਜ਼ ਤਿਆਰ ਕਰਦਾ ਹੈ, ਤਾਂ ਪਰ ਇਹਦੇ ਬਦਲੇ ਤੇਰੇ ਪਾਸ ਜਿੰਨਾ ਵੀ ਧਨ ਹੈ ਇਹ ਸਾਰਾ ਤੂੰ ਮੈਨੂੰ ਦੇ ਕੇ ਜਾ। ਇਹ ਮੰਨ ਗਿਆ ਜੀ। ਮੁਗਲ ਪ੍ਰਵੇਸ਼ਿਓ ਲਵਪੁਰ ਜਾਏ, ਲਿਖੀ ਦਰਸ਼ਨੀ ਤਿਹ ਕਰ ਦੇਨੀ, ਲੇਕਰ ਲਵਪੁਰ ਤਿਆਰੀ ਕੀਨੀ। ਹੁਣ ਕਹਿੰਦੇ ਨੇ ਕਿ ਇਹ ਜਿਹੜੇ ਹੱਥਾਂ ਦੇ ਵਿੱਚ ਭਾਵ ਕਿ ਉਹ ਦਰਸ਼ਨੀ ਹੁੰਡੀ ਲਿਖੀ ਸੀ, ਜੋ ਦਸਤਾਵੇਜ਼ ਲਿਖਿਆ ਸੀ ਕਾਗਜ਼ ਦੇ ਉੱਤੇ ਜੋ ਲਿਖਿਆ ਸੀ, ਉਹ ਸਾਰਾ ਕੁਝ ਲਿਖ ਕੇ ਤਹਿ ਕਰ ਦੇਨੀ ਉਸ ਮੁਸਲਮਾਨ ਨੂੰ ਇਹਨੇ ਦੇਣਾ ਕੀਤੀ ਹੈ। ਲੇਕਰ ਲਵਪੁਰ ਤਿਆਰੀ ਕੀਨੀ। ਹੁਣ ਇਸ ਨੇ ਇਸ ਕਾਗਜ਼ ਨੂੰ, ਇਸ ਦਸਤਾਵੇਜ਼ ਨੂੰ ਲਿਖ ਕੇ ਸਾਰਾ ਇਹਨੇ ਪੁੱਛ ਲਿਆ ਕਿ ਤੂੰ ਇਹ ਲੈ ਕੇ ਕਿੱਥੇ ਜਾਣਾ ਹੈ, ਕਿਸ ਜਗ੍ਹਾ ਤੇ ਜਾਣਾ ਹੈ। ਇਹਨੇ ਆਖਿਆ ਮੈਂ ਲਾਹੌਰ ਜਾ ਰਿਹਾ ਹਾਂ। ਭਾਈ ਗੰਗੋ ਜੀ ਨੇ ਸਾਰਾ ਉੱਤੇ ਲਿਖ ਕੇ, ਚਿੱਠੀ ਲਿਖ ਕੇ ਇਹਨੂੰ ਹੱਥ ਦੇ ਵਿੱਚ ਫੜਾ ਦਿੱਤੀ ਹੈ। ਹੁਣ ਜਦੋਂ ਫੜਾਈ, ਲੇਕਰ ਲਵਪੁਰ ਤਿਆਰੀ ਕੀਨੀ, ਹੁਣ ਲੈ ਕੇ ਇਹ ਤਿਆਰੀ ਕਰ ਰਿਹਾ ਹੈ ਕਿ ਮੈਂ ਵਾਪਸ ਲਾਹੌਰ ਵੱਲ ਜਾਣਾ ਕਰਾਂ। ਤਾਬ ਗੰਗੋ ਦੀ ਨਾਰ ਸੁਸਾਰੀ, ਪਹੁੰਚਾਈ ਤਿਸ ਨਗਰ ਅਖਾਰੇ। ਕਹਿੰਦੇ ਨੇ ਕਿ ਹੁਣ ਭਾਈ ਗੰਗੋ ਨੇ ਜਿੰਨੀ ਰਕਮ ਇਹਦੇ ਕੋਲ ਲਈ ਸੀ, ਉਸ ਸਮੇਂ ਕਹਿੰਦੇ ਨੇ ਕਿ ਇੱਕ ਹੋਰ ਇਹਦਾ ਨਾਲ ਜਿਹੜਾ ਸਾਥੀ ਆਸ-ਪਾਸ ਦੇ ਸੀ, ਉਹਨੂੰ ਪੈਸੇ ਦੇ ਕੇ ਇਹਨੂੰ ਕਹਿ ਦਿੱਤਾ ਕਿ ਇਸ ਐਡਰੈਸ ਤੇ ਇਹ ਮੋਹਰਾਂ ਜਿਹੜੀਆਂ ਨੇ ਇਹ ਪੈਸੇ ਜਿਹੜੇ ਪਹੁੰਚਾਉਣਾ ਕਰ, ਪਰ ਪਹੁੰਚਾਈ ਜੋ ਮੇਰੀ ਦੁਕਾਨ ਤੋਂ ਗਿਆ ਹੁਣੇ, ਇਹ ਧਰਮਸ਼ਾਲ ਤੋਂ ਹੁਣੇ ਗਿਆ ਏ, ਇਸ ਤੋਂ ਪਹਿਲਾਂ
ਇਸ ਐਡਰੈਸ ਤੇ ਜਿਹੜੀ ਹੈ ਸਾਰੀ ਮੋਹਰਾਂ ਦੀ ਥੈਲੀ ਇਹ ਪਹੁੰਚਾ ਦਈ, ਕਿਉਂਕਿ ਇਹਦੇ ਨਾਲ ਇਸ ਦੇ ਮਨ ਵਿੱਚ ਇਹ ਸੀ ਕਿ ਚਾਰੇ ਪਾਸੇ ਮੇਰੀ ਚਰਚਾ ਹੋ ਜਾਵੇਗੀ। ਜੋ ਮੈਂ ਅੱਖਰ ਲਿਖੇ ਨੇ, ਜੋ ਮੈਂ ਦਸਤਾਵੇਜ਼ ਤਿਆਰ ਕੀਤਾ ਹੈ, ਉਹਨਾਂ ਦਾ ਮੁੱਲ ਪਵੇਗਾ। ਲੋਕ ਮੇਰੀ ਫਿਰ ਜੈ ਜੈਕਾਰ ਕਰਨਗੇ, ਕਿਉਂਕਿ ਇਨਸਾਨ ਦੇ ਮਨ ਵਿੱਚ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਜੋ ਇੰਨਾ ਨੁਕਸਾਨ ਹੋਇਆ ਏ, ਇਹ ਨਹੀਂ ਮੈਂ ਫੇਰ ਭਾਵ ਕੇ ਆਪਣੇ ਦਮ ਤੇ ਉੱਠਾਂ। ਇਹ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨਾਂ ਨੂੰ ਇਹਨੇ ਇੱਕ ਪਾਸੇ ਕਰ ਦਿੱਤਾ। ਕਹਿੰਦਾ ਇਸ ਪੈਸੇ ਨੂੰ ਇਸ ਜਗ੍ਹਾ ਤੇ ਪਹੁੰਚਾ ਦੇ, ਪਰ ਪਹੁੰਚਾਈ ਇਹਦੇ ਤੋਂ ਪਹਿਲਾਂ ਤੇ ਰਸਤਾ ਵੀ ਇਹਦੇ ਤੋਂ ਦੂਜਾ ਤਿਆਰ ਹੈ। ਰਸਤੇ ਇਹਦੇ ਰਸਤੇ ਤੇ ਨਾ ਤੁਰੀ, ਹੋਰ ਕਿਸੇ ਰਸਤੇ ਹੋ ਜਾਵੀਂ। ਮੁਗਲ ਪ੍ਰਵੇਸ਼ਿਓ ਤਬ ਗੰਗੋ ਦੀ ਨਾਰ ਸੁਸਾਰੀ, ਪਹੁੰਚਾਈ ਤਿਸ ਨਗਰ ਅਗਾਰੇ। ਮੁਗਲ ਪ੍ਰਵੇਸ਼ਿਓ ਲਵਪੁਰ ਜਾਏ, ਗਇਓ ਬਨਕ ਡਿਗ ਹਾਟ ਬਣਾਏ। ਕਹਿੰਦੇ ਉਧਰ ਹੁਣ ਇਹ ਮੁਸਲਮਾਨ ਮੁਗਲ ਜਿਹੜਾ ਸੀ, ਇਹ ਲਾਹੌਰ ਵੱਲ ਕਹਿੰਦੇ ਨੇ ਕਿ ਇਹਨੇ ਜਦੋਂ ਤੁਰਨਾ ਕੀਤਾ ਪਹੁੰਚ ਗਿਆ ਏ। ਪਹੁੰਚ ਕੇ ਜਾ ਕੇ ਮੁਸਲਮਾਨ ਨੇ ਕਹਿੰਦੇ ਲਾਹੌਰ ਦੇ ਵਿੱਚ ਇੱਕ ਹੱਟੀ ਤੇ ਜਾ ਕੇ ਜਿੱਥੇ ਜਾਣਾ ਸੀ, ਉਹਨੂੰ ਜਾ ਕੇ ਕਹਿੰਦੇ ਨੇ ਮੋਰ ਦਰਸ਼ਨੀ ਹੁੰਡੀ ਲੇਹ, ਲੱਖ ਮੋਹਰ ਅਬ ਗਿਨ ਕਰ ਦੇਹ। ਕਹਿੰਦਾ ਆ ਮੇਰੀ ਦਰਸ਼ਨੀ ਹੁੰਡੀ ਹੈ। ਇਹ ਦਰਸ਼ਨੀ ਅੱਖਰ ਨੇ, ਦਸਤਾਵੇਜ਼ ਨੇ। ਇਉਂ ਕਹਿ ਲਓ ਕਿ ਸਰਕਾਰੀ ਦਸਤਾਵੇਜ਼, ਸਰਕਾਰੀ ਕਾਗਜ਼ ਹੋਵੇ, ਉਹਦੇ ਤੇ ਲਿਖਿਆ ਕਿਸੇ ਇਨਸਾਨ ਨੇ ਹੋਵੇ ਕਿ ਇਹ ਜੋ ਚਾਹੁੰਦਾ ਇਹਨੂੰ ਦਿੱਤਾ ਜਾਵੇ, ਜਿੰਨੀ ਵੀ ਰਕਮ ਚਾਹੁੰਦਾ ਇਹਨੂੰ ਦਿੱਤੀ ਜਾਵੇ। ਕਹਿੰਦੇ ਨੇ ਕਿ ਉਹ ਹੁੰਡੀ, ਉਹ ਕਾਗਜ਼ ਲੈ ਕੇ ਉੱਥੇ ਪਹੁੰਚਿਆ ਤੇ ਨਾਲ ਹੀ ਇਹ ਕਹਿ ਦਿੱਤਾ, ਪਹੁੰਚੀ ਮੋਹਰ ਸਦਈ ਨਿਕਾਸ, ਗਇਓ ਮੁਗਲ ਲੈ ਹਿਰਦੇ ਹੁਲਾਸ। ਉਹ ਪਹੁੰਚੀਆਂ ਹੋਈਆਂ ਮੋਹਰਾਂ ਸਨ ਜਿਹੜੀਆਂ, ਕਹਿੰਦੇ ਉਸ ਨੇ ਕੱਢ ਕੇ ਇਹਨੂੰ ਦੇ ਦਿੱਤੀਆਂ। ਜਦੋਂ ਦਿੱਤੀਆਂ, ਕਹਿੰਦਾ ਕਿ ਇਹ ਮੁਗਲ ਜਿਹੜਾ ਸੀ ਇਹ ਬੜਾ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ ਕਿ ਜਿਹਦੇ ਤੋਂ ਮੈਂ ਹੁੰਡੀ ਲਿਖਵਾਈ ਸੀ, ਦਸਤਾਵੇਜ਼ ਲਿਖਵਾਇਆ ਸੀ, ਉਹਨੇ ਲਿਖਣ ਵਾਲੇ ਨੇ ਏਡੀ ਜਿਹੜਾ ਇਹ ਲਿਖੀ ਹੈ, ਕਿੰਨੀ ਸਫਾਈ ਦੇ ਵਿੱਚ, ਕਿੰਨੇ ਗਿਆਨ ਦੇ ਨਾਲ, ਆਪਣੇ ਮਨ ਦੇ ਨਾਲ ਇਹ ਲਿਖੀ ਹੈ। ਤਾਂ ਕਰਕੇ ਉਹਦੇ ਮਨ ਦੇ ਵਿੱਚ ਇਹ ਹੋਇਆ ਕਿ ਮੈਨੂੰ ਮੋਹਰਾਂ ਮਿਲੀਆਂ ਹਨ। ਤਿੰਨ ਪੀਛੇ ਗੰਗੋ ਕੋ ਕਾਮ, ਭਇਓ ਬ੍ਰਿਧ ਤੈਸੋ ਧਨ ਤਾਮ। ਕਹਿੰਦੇ ਉਸ ਤੋਂ ਮਗਰੋਂ ਇਹਦੇ ਜੋ ਕਾਰੋਬਾਰ ਸੀ, ਭਾਵ ਕਿ ਇਹਦਾ ਕੰਮ ਸੀ, ਇਹ ਉਹਦੀ ਚਰਚਾ ਕਹਿੰਦੇ ਸਾਰੇ ਪਾਸੇ ਹੋਣ ਲੱਗ ਪਈ। ਉਹਨੇ ਜਾ ਕੇ ਦੂਜੇ ਨੂੰ ਕਿਹਾ, ਦੂਜੇ ਨੇ ਜਾ ਕੇ, ਭਾਵ ਕਿ ਇਹ ਚਾਰੇ ਪਾਸੇ ਇਹਦੀ ਚਰਚਾ ਹੋਣ ਲੱਗ ਪਈ। ਤੇ ਕਹਿੰਦੇ ਇਹਦੇ ਕੋਲ ਲੋਕ ਹੋਰ ਆਉਣ ਲੱਗ ਪਏ, ਇਹਦੇ ਪਾਸ ਆ ਰਹੇ ਨੇ। ਭਇਓ ਬ੍ਰਿਧ ਤੈਸੋ ਧਨ ਤਾਮ। ਕਹਿੰਦੇ ਘਰ ਵਿੱਚ ਉਸੇ ਤਰ੍ਹਾਂ ਇਹਦੇ ਧਨ ਆਉਣ ਲੱਗ ਪਿਆ। ਇੱਕ ਨੂੰ ਲਿਖ ਕੇ ਦਿੱਤਾ ਸੀ, ਹੁਣ ਵਾਰ-ਵਾਰ ਇਹ ਕੰਮ ਤੇ ਨਹੀਂ ਨਾ ਹੋ ਸਕਦਾ ਕਿ ਹਰ ਵਾਰ ਕੋਈ ਇਹਦੇ ਕੋਲ ਦਸਤਾਵੇਜ਼ ਲਿਖਾਉਣ ਆਵੇ। ਹਰ ਵਾਰ ਜਿੱਥੇ ਲਿਖਾਇਆ, ਜਿੱਥੋਂ ਦਾ ਲਿਖਾਇਆ, ਜਿੱਥੋਂ ਲੈਣਾ ਹੈ, ਉੱਥੇ ਆਪਣਾ ਕੋਈ ਸੱਜਣ ਬੇਲੀ ਜਿਹੜਾ ਘੱਲ ਸਕੇ। ਕਿਉਂਕਿ ਇਹਨੇ ਇੱਕ ਬਸ ਤਰੀਕਾ ਲੱਭ ਲਿਆ ਸੀ ਕਿ ਲੋਕ ਮੇਰੇ ਕੋਲ ਆਉਣਗੇ, ਪੈਸੇ ਲਵਾਂਗਾ ਤੇ ਆ ਦਸਤਾਵੇਜ਼ ਜਿਹੜੇ ਇਹ ਤਿਆਰ ਕਰਕੇ ਮੈਂ ਦਈ ਚੱਲਾਂਗਾ। ਵਧੀ ਪ੍ਰਤੀਤ ਚੱਲਿਓ ਵਿਵਹਾਰ, ਜਾਣਿਓ ਬਹੁਤੇ ਨਗਰ ਬਾਜ਼ਾਰ। ਕਹਿੰਦਾ ਉਹ ਹੁਣ ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਵੱਧ ਗਿਆ ਕਿ ਇਹਦੇ ਪਾਸ ਹੀ ਜਾਣਾ ਹੈ। ਕਹਿੰਦੇ ਇਸ ਤਰ੍ਹਾਂ ਇਹਦਾ ਵਿਸ਼ਵਾਸ ਲੋਕਾਂ ਦੇ ਵਿੱਚ ਹੋਰ ਜਿਹੜਾ ਪ੍ਰੇਮ ਵੱਧਦਾ ਚਲਾ ਗਿਆ। ਵਪਾਰ ਇਹਦਾ ਚੱਲ ਗਿਆ ਜੀ। ਕਹਿੰਦੇ ਜਦੋਂ ਵਪਾਰ ਚੱਲਿਆ ਨਾ, ਜਾਣਿਓ ਬਹੁਤੇ ਨਗਰ ਬਾਜ਼ਾਰ, ਬਹੁਤ ਸਾਰੇ ਨਗਰਾਂ ਦੇ ਵਿੱਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਹਿੰਦੇ ਨੇ ਕਿ ਇਹਦਾ ਜਸ ਹੁਣ ਹੋ ਰਿਹਾ ਹੈ। ਲੋਕ ਇਹਨੂੰ ਜਾਣਨ ਲੱਗ ਪਏ ਨੇ। ਕਤਿਕ ਬਰਸ ਬੀਤੇ ਤਿਸ ਥਾਉ, ਤਬ ਸ੍ਰੀ ਅਮਰ ਨਿਕਟ ਦਿਜ ਆਇਓ। ਕਹਿੰਦੇ ਕੁਝ ਸਮਾਂ ਹੁਣ ਬਤੀਤ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਜੀਆਂ ਦੇ ਪਾਸ, ਤਬ ਸ਼੍ਰੀ ਅਮਰਦਾਸ ਨਿਕਟ ਨਿਜ ਆਇਓ। ਦਿਜ ਦਾ ਅਰਥ ਹੈ, ਕਹਿੰਦੇ ਨੇ ਕਿ ਇੱਕ ਬ੍ਰਾਹਮਣ ਸੀ, ਗਰੀਬ ਬ੍ਰਾਹਮਣ। ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੋਭਾ ਉਸਤਤ ਨੂੰ ਸੁਣ ਕੇ ਗੋਇੰਦਵਾਲ ਦੀ ਧਰਤੀ ਤੇ ਆਇਆ, ਅਰਦਾਸ ਲੈ ਕੇ ਬੇਨਤੀ ਕਰਨ ਵਾਸਤੇ ਆਇਆ। ਕੰਨਿਆ ਏਕ ਨਕੇਤ ਕੁਮਾਰੇ,
ਸ਼੍ਰੀ ਗੁਰ ਆਇਓ ਸ਼ਰਨ ਤੁਮਾਰੇ। ਇਹ ਕਹਿਣ ਲੱਗਾ ਜੀ ਮੇਰੀ ਇੱਕ ਕੰਨਿਆ ਹੈ, ਮੇਰੀ ਇੱਕ ਧੀ ਹੈ, ਉਹ ਧੀ ਦਾ ਵਿਆਹ ਹੈ, ਉਹਦਾ ਅਸੀਂ ਵਿਆਹ ਕਰਨਾ ਹੈ, ਪਰ ਮੇਰੇ 'ਚ ਇੰਨੀ ਸਮਰੱਥਾ ਨਹੀਂ ਹੈਗੀ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਸਕਾਂ। ਇਸ ਕਰਕੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਤੁਹਾਡੇ ਕੋਲ ਆਇਆ ਹਾਂ। ਕਤਿਕ ਦਰਬ ਤੁਮ ਤੇਜਬ ਪਾਵੋ, ਕੰਨਿਆ ਪ੍ਰਾਨ ਗਹਿਨ ਕਰਵਾਵੋ। ਇਹ ਕਹਿਣ ਲੱਗਾ, ਬ੍ਰਾਹਮਣ ਕਹਿਣ ਲੱਗਾ ਜੀ ਜੇਕਰ ਤੁਸੀਂ ਮੈਨੂੰ ਕੁਝ ਧਨ ਦੇ ਦੇਵੋ, ਮੈਨੂੰ ਕੁਝ ਪੈਸੇ ਦੇ ਦੇਵੋ, ਤਾਂ ਮੈਂ ਆਪਣੀ ਧੀ, ਆਪਣੀ ਬੱਚੀ ਦਾ ਜਿਹੜਾ ਵਿਆਹ ਉਹ ਮੈਂ ਕਰ ਸਕਾਂ। ਉਸ ਵਕਤ ਰੇਣ ਰਿਪ ਬਲ ਤੇ ਦੁਖ ਨਹੀਂ ਐਸੇ, ਪੇਤ ਕੁਮਾਰ ਕੋ ਪਾਵਤ ਜੈਸੇ। ਕਹਿੰਦੇ ਨੇ ਕਿ ਉਸ ਸਮੇਂ ਦੇ ਵਿੱਚ ਕਹਿੰਦੇ ਇਹਨੇ ਆਣ ਕੇ ਜਦੋਂ ਬੇਨਤੀ ਕੀਤੀ ਨਾ, ਮਹਾਰਾਜ ਜੀ ਮੇਰੇ ਪਾਸ ਧਨ ਨਹੀਂ ਹੈ, ਮੇਰੇ ਪਾਸ ਕਰਨ ਵਾਸਤੇ ਕੁਝ ਨਹੀਂ ਹੈ, ਸਿਰਫ ਮੈਂ ਤੁਹਾਡੇ ਪਾਸ ਆਇਆ ਹਾਂ ਕਿਉਂਕਿ ਇਹਦੇ ਦੁੱਖ ਹੈ। ਇੱਕ ਧੀ ਦਾ ਬਾਪ ਉਹਦੇ ਪਾਸ, ਭਾਵ ਕਿ ਉਹਦੀ ਧੀ ਜਿਹੜੀ ਉਹ ਵਿਆਹਣ ਯੋਗ ਹੈ ਪਰ ਕੁਝ ਹੈ ਨਹੀਂ ਉਹਦੇ ਪਾਸ। ਉਹਨੇ ਆਸਰਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਤੱਕਿਆ, ਕਹਿਣ ਲੱਗਾ ਹਜ਼ੂਰ ਜੀ ਤੁਸੀਂ ਸਭ ਕੁਝ ਹੋ, ਪੇਤ ਕੁਮਾਰ ਕੋ ਪਾਵਤ ਜੈਸੇ। ਕਹਿੰਦੇ ਕਿ ਇੱਕ ਪਿਤਾ ਦੀ ਤੁਹਾਡੇ ਅੱਗੇ ਬੇਨਤੀ ਹੈ, ਇੱਕ ਪਿਤਾ ਦੀ ਤੁਹਾਡੇ ਅੱਗੇ ਅਰਜ਼ੋਈ ਹੈ। ਸ੍ਰੀ ਗੁਰ ਕਿਰਪਾ ਧਾਰ ਸੁਖ ਰਾਸ, ਲਿਖੇ ਰਜਤ ਪਤ ਦੇਹ 50। ਮਹਾਰਾਜ ਜੀਆਂ ਨੇ ਇੱਕ ਕਾਗਜ਼ ਲਿਆ, ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਕਾਗਜ਼ ਦੇ ਉੱਤੇ ਕੁਝ ਲਿਖ ਰਹੇ ਨੇ। ਇਹਦਾ ਨਾਮ ਪੁੱਛਿਆ, ਕਿੰਨੇ ਪੈਸੇ ਚਾਹੀਦੇ ਨੇ? ਇਹਨੇ ਆਖਣਾ ਕੀਤਾ, ਕਹਿੰਦਾ ਮਹਾਰਾਜ ਜੀ ਮੈਂ ਨਹੀਂ ਕਵਾਂਗਾ ਕਿੰਨੇ ਪੈਸੇ ਚਾਹੀਦੇ ਨੇ, ਜੋ ਤੁਸੀਂ ਸੇਵਾ ਦੇ ਵਿੱਚ ਭਾਵ ਕਿ ਜਿੰਨੇ ਤੁਸੀਂ ਦੇ ਦਿਓ ਉਹਨੇ ਮਨਜ਼ੂਰ ਨੇ ਮੈਨੂੰ। ਹਜ਼ੂਰ ਮਹਾਰਾਜ ਜੀ ਕਹਿਣ ਲੱਗੇ ਚੱਲ ਠੀਕ ਹੈ ਅਸੀਂ ਲਿਖ ਦਿੰਨੇ। ਕਹਿੰਦੇ ਨੇ ਕਿ ਉਸ ਵਕਤ ਮਹਾਰਾਜ ਜੀਆਂ ਨੇ ਚਾਂਦੀ ਦੇ 50 ਸਿੱਕੇ ਉਸ ਕਾਗਜ਼ ਦੇ ਉੱਤੇ ਲਿਖ ਦਿੱਤੇ ਕਿ ਇਸ ਨੂੰ ਚਾਂਦੀ ਦੇ 50 ਸਿੱਕੇ ਦਿੱਤੇ ਜਾਣ। ਗੰਗੋ ਪਰ ਹੁੰਡੀ ਕਰ ਦੀਨ, ਲੈ ਕਰ ਵਿਪਰ ਗਮਨ ਕੋ ਕੀਨ। ਹੁਣ ਜਿਹੜਾ ਕਾਗਜ਼ ਸੀ, ਹੁੰਡੀ ਸੀ, ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਇਸ ਨੂੰ ਲੈ ਕੇ ਦਿੱਲੀ ਚਲਾ ਜਾ, ਦਿੱਲੀ ਦੇ ਵਿੱਚ ਸਾਡਾ ਸੇਵਕ, ਦਿੱਲੀ ਦੇ ਵਿੱਚ ਸਾਡਾ ਸਿੱਖ ਰਹਿੰਦਾ ਹੈ ਗੰਗੋ, ਉਹਦੇ ਪਾਸ ਲੈ ਜਾ। ਇਹ ਕਾਗਜ਼ ਉਹਨੂੰ ਜਾ ਕੇ ਵਿਖਾਉਣਾ ਕਰੀ, ਲੈ ਕਰ ਵਿਪਰ ਗਮਨ ਕੋ ਕੀਨ। ਕਹਿੰਦੇ ਹੁਣ ਇਹ ਬ੍ਰਾਹਮਣ ਉਸ ਕਾਗਜ਼ ਨੂੰ ਲੈ ਕੇ ਭਾਈ ਗੰਗੋ ਜੀ ਦੇ ਪਾਸ ਤੁਰ ਪਿਆ ਹੈ। ਆਓ ਸਮੇਂ ਦੀ ਸਮਾਪਤੀ ਹੈ। ਇਸ ਤੋਂ ਅਗਲੇ ਵਿਚਾਰ ਦੇ ਨਾਲ, ਪ੍ਰਸੰਗ ਦੇ ਨਾਲ ਕੱਲ ਦੇ ਦੀਵਾਨਾਂ ਵਿੱਚ ਜੁੜਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੇ ਸਿਰ ਉੱਤੇ ਮਾਲਕ ਜੀ ਮਿਹਰ ਭਰਿਆ ਹੱਥ ਰੱਖਣ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।